ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਵੱਡੀ ਗਿਣਤੀ ਵਿੱਚ ਜੋ ਸ਼ਰਧਾਲੂ ਸ਼੍ਰੀ ਹਜ਼ੂਰ ਸਾਹਿਬ ਵਿੱਚ ਜੋ ਹੈ ਫਸੇ ਹੋਏ ਸੀਗੇ, ਉੱਥੋਂ ਉਹਨਾਂ ਨੂੰ ਲਿਆਂਦਾ ਜਾ ਰਿਹਾ ਹੈ ਤੇ ਕਾਫੀ ਵੱਡੀ ਗਿਣਤੀ ਵਿੱਚ ਉਹਨਾਂ ਦੀ ਰਿਪੋਰਟ ਜੋ ਹੈ ਕਰੋਨਾ ਦੀ ਪੋਜ਼ਿਟਿਵ ਆ ਰਹੀ ਹੈ। ਪਰ ਤਿਆਰੀਆਂ ਦੀ ਗੱਲ ਕਰੀਏ ਕਿ ਸਰਕਾਰ ਦੀ ਤਿਆਰੀ ਕਿੰਨੀ ਕੁ ਸੀਗੀ, ਕਿਉਂਕਿ ਦੱਸਿਆ ਜਾ ਰਿਹਾ ਕਿ ਕੁਛ ਇੱਕ ਲੋਕ ਉਸ ਤੋਂ ਪਹਿਲੇ ਆ ਗਏ ਸੀ ਜੋ ਕਿ ਘਰਾਂ ਵਿੱਚ ਚਲੇ ਗਏ ਸੀਗੇ। ਮੁੜ ਤੋਂ ਸਰਕਾਰ ਨੇ ਉਹਨਾਂ ਨੂੰ ਲਿਆ ਕੇ ਕੁਆਰੰਟਾਈਨ ਕੀਤਾ ਹੈ। ਸਾਡੇ ਨਾਲ ਬੰਟੀ ਰੋਮਾਣਾ ਸਾਹਿਬ ਅੱਜ ਮੌਜੂਦ ਨੇ। ਰੋਮਾਣਾ ਸਾਹਿਬ, ਹਰ ਇੱਕ ਚੀਜ਼ ਜਦੋਂ ਤਿਆਰ ਹੁੰਦੀ ਹੈ, ਕੋਈ ਵੀ ਚਾਹੇ ਯੁੱਧ ਲੜਾਇਆ ਦਾ ਇੱਕ ਤਰੀਕੇ ਦਾ ਯੁੱਧ ਹੈ ਵੀ, ਤਾਂ ਇੱਕ ਮੈਪ ਤਿਆਰ ਕੀਤਾ ਜਾਂਦਾ ਪਹਿਲੇ। ਕੀ ਲੱਗਦਾ ਜਿਸ ਤਰੀਕੇ ਨਾਲ ਹੁਣ ਕਰੋਨਾ ਪੋਜ਼ਿਟਿਵ ਕੇਸ ਜੋ ਉੱਥੋਂ ਆ ਰਹੇ ਨੇ, ਵੱਧ ਰਹੇ ਨੇ, ਉੱਥੇ ਸਰਕਾਰ ਦਾ ਆਪਣਾ ਤਰਕ ਹੈ, ਪੰਜਾਬ ਸਰਕਾਰ ਦਾ ਆਪਣਾ ਤਰਕ ਹੈ, ਕੀ ਸਮਝਦੇ ਹੋ ਕੀ ਕੁਝ ਹੋਣਾ ਚਾਹੀਦਾ ਸੀ, ਕੀ ਕੁਝ ਨਹੀਂ ਹੋਇਆ? ਦੇਖੋ, ਇਹ ਸਰਕਾਰ ਅੱਜ ਹਾਲਾਤ ਕੀ ਬਣੇ ਹੈ ਕਿ ਜਦੋਂ ਇਹ ਲੜਾਈ ਸ਼ੁਰੂ ਹੋਈ ਸੀ, ਸਾਰਿਆਂ ਨੇ ਆਪਦੇ ਸਿਆਸੀ ਵਖਰੇਵੇਂ ਪਾਸੇ ਰੱਖਦਿਆਂ ਇਹ ਫੈਸਲਾ ਕੀਤਾ ਸੀ ਕਿ ਸੂਬੇ ਦੀ ਸਰਕਾਰ ਦਾ ਇਸ ਲੜਾਈ ਦੇ ਵਿੱਚ ਸਾਥ ਦਈਏ, ਕਿਉਂਕਿ ਇਹ ਲੜਾਈ ਇੱਕ ਇਹੋ ਜਿਹੀ ਮਹਾਮਾਰੀ ਦੇ ਖਿਲਾਫ ਸੀ ਕਿ ਸਾਰਿਆਂ ਨੇ ਲੜ ਕੇ ਹੀ ਇਹਦੇ ਤੇ ਫਤਿਹ ਹਾਸਲ ਕਰ ਸਕਦੇ ਸੀ। ਪਰ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਅੱਜ ਆਪਾਂ ਸਾਰੇ ਦੇਖ ਰਹੇ ਹਾਂ ਕਿ ਪੰਜਾਬ ਦੇ ਹਾਲਾਤ ਕੀ ਹੈ। ਸਭ ਤੋਂ ਪਹਿਲਾਂ ਪੰਜਾਬ ਨੇ ਕਰਫਿਊ ਲਾਇਆ, ਪਰ ਅੱਜ ਪੰਜਾਬ ਦੇ ਉਸ ਦੇ ਬਾਵਜੂਦ ਅੱਜ ਪੰਜਾਬ ਦੇ ਵਿੱਚ ਹਾਈਐਸਟ ਡੈਥ ਰੇਟ ਇਨ ਦ ਕੰਟਰੀ ਹੈ। ਮਰਨ ਵਾਲਿਆਂ ਦੀ ਜਿਹੜੀ ਪ੍ਰਤੀਸ਼ਤ ਹੈ ਸਭ ਤੋਂ ਵੱਧ ਪੰਜਾਬ 'ਚ ਹੈ। ਆਪਣੇ ਗੁਆਂਢੀ ਸੂਬਿਆਂ ਨਾਲੋਂ ਆਪਾਂ ਟੈਸਟ ਘੱਟ ਕਰ ਰਹੇ ਹਾਂ, ਆਪਣੇ ਰੇਟ ਛੇਤੀ ਡਬਲ ਹੋ ਰਹੇ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਸਭ ਤੋਂ ਪਹਿਲਾਂ ਕਰਫਿਊ ਲਾਉਣ ਦੇ ਬਾਵਜੂਦ ਹੋ ਰਹੀਆਂ। ਕਿਉਂ? ਕਿਉਂਕਿ ਸਰਕਾਰ ਦੀ ਲੜਾਈ ਲੜਨ ਦੀ ਜਿਹੜੀ ਤਰੀਕਾ ਹੈ ਉਹੀ ਗਲਤ ਹੈ। ਜਿਹੜੀ ਸਿਆਸੀ ਲੀਡਰਸ਼ਿਪ ਹੈ ਸਟੇਟ ਦੀ, ਉਹ ਹੈਂਡਸ ਔਨ ਲੀਡਰਸ਼ਿਪ ਨਹੀਂ ਹੈ। ਉਹ ਇਸ ਲੜਾਈ ਲੜਨ ਦੇ ਵਿੱਚ ਅਗਵਾਈ ਨਹੀਂ ਦੇ ਰਹੇ। ਉਹਨਾਂ ਨੇ ਤਾਂ 3-4 ਅਫਸਰਾਂ ਤੇ ਛੱਡ ਰੱਖੇ। ਤੇ ਜਦੋਂ ਵੀ ਤੁਸੀਂ ਕੋਈ ਚੀਜ਼ ਕੇਵਲ ਅਫਸਰਾਂ ਤੇ ਛੱਡੋਗੇ, ਮੈਂ ਅਫਸਰਾਂ ਦੇ ਕੋਈ ਨਿੰਦਿਆ ਨਹੀਂ ਕਰਦਾ, ਜਿੰਨਾ ਚਿਰ ਸਿਆਸੀ ਲੀਡਰਸ਼ਿਪ ਪ੍ਰੋਵਾਈਡ ਨਹੀਂ ਕਰੂਗੀ, ਕਿਸੇ ਵੀ ਲੜਾਈ ਤੇ ਫਤਿਹ ਨਹੀਂ ਹਾਸਲ ਕੀਤੀ ਜਾ ਸਕਦੀ। ਅੱਜ ਕੇਰਲ ਦੀ ਗੱਲ ਕਿਉਂ ਹੋ ਰਹੀ ਹੈ ਸਾਰੀ ਦੁਨੀਆ 'ਚ? ਕੇਰਲ ਮਾਡਲ ਦੀ ਗੱਲ ਕਿਉਂ ਹੋ ਰਹੀ ਹੈ? ਉੱਥੇ ਜਦੋਂ ਕੇਸ ਆਇਆ, ਸਭ ਤੋਂ ਪਹਿਲਾ ਕੇਸ ਆਇਆ ਇੱਕ ਦਿਨ ਰਾਤ ਨੂੰ ਪਤਾ ਲੱਗਿਆ, ਹੁਣ ਮੈਂ ਜ਼ਿਲ੍ਹੇ ਦਾ ਨਾਂ ਪਥਨੀਪਟਮ ਹੈ, ਸ਼ਾਇਦ ਜੇ ਮੈਂ ਗਲਤ ਨਾ ਪ੍ਰੋਨਾਊਂਸ ਕਰ ਰਿਹਾ ਹੋਵਾਂ, ਰਾਤ ਨੂੰ ਪਤਾ ਲੱਗਦਾ ਤੇ ਅਗਲੇ ਦਿਨ 7 ਵਜੇ ਜਿਹੜੀ ਕੇਰਲ ਦੀ ਹੈਲਥ ਮਿਨਿਸਟਰ ਹੈ ਕੇ ਸ਼ੈਲਜਾ, ਉੱਥੇ ਪਹੁੰਚ ਕੇ ਇੱਕ ਵਾਰ ਰੂਮ ਐਸਟੈਬਲਿਸ਼ ਕਰਕੇ ਵੱਖ-ਵੱਖ ਕਮੇਟੀਆਂ ਬਣਾ ਕੇ ਤੇ ਆਪਦੀ ਲੜਾਈ ਜੰਗ ਸ਼ੁਰੂ ਕਰ ਦਿੰਦੀ। ਤੇ ਪੰਜਾਬ ਦੇ ਹੈਲਥ ਮਿਨਿਸਟਰ ਸਾਹਿਬ ਦੀ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ ਹੈ ਕਿ 20 ਮਾਰਚ ਨੂੰ ਦੀ ਆ ਖਬਰ ਹੈ ਟਾਈਮਜ਼ ਆਫ ਇੰਡੀਆ ਦੀ। ਉਹਨਾਂ ਨੇ ਆਪਦੇ ਘਰ ਦੇ ਬਾਹਰ ਉਹਨਾਂ ਦੇ ਚੰਡੀਗੜ੍ਹ ਵਿਖੇ ਘਰ ਦੀ ਤਸਵੀਰ ਹੈ, ਇੱਕ ਪੋਸਟਰ ਲਾਤਾ ਸੀ ਕਿ ਨੋ ਪਬਲਿਕ ਡੀਲਿੰਗ ਟਿਲ 31 ਮਾਰਚ ਡਿਊ ਟੂ ਕਰੋਨਾ ਵਾਇਰਸ। 12-13 ਦਿਨ ਮੈਨੂੰ ਕੋਈ ਮਿਲੇ ਨਾ। ਲੋਕਾਂ ਨੇ, ਜਿਨ੍ਹਾਂ ਨੇ ਸਾਨੂੰ ਚੁਣਿਆ, ਉਹ ਚਾਹੇ ਢੱਠੇ ਖੂਹ 'ਚ ਜਾਣ, ਪਰ ਮੈਂ ਬਚ ਜਾਵਾਂ। ਮੈਂ ਇਸ ਲੜਾਈ ਦੇ ਵਿੱਚ ਆਪਦੇ ਘਰ ਦੇ ਵਿੱਚ ਅੰਦਰ ਕੁੰਡਾ ਅੜਾ ਕੇ ਉਹ ਬਹਿ ਗਏ। ਕੀ ਇਸ ਤਰ੍ਹਾਂ ਨਾਲ ਲੜਾਈਆਂ ਲੜੀਆਂ ਜਾਂਦੀਆਂ? ਮੁੱਖ ਮੰਤਰੀ ਸਾਹਿਬ ਆਪਦੇ ਫਾਰਮ ਹਾਊਸ 'ਚੋਂ ਨਹੀਂ ਨਿਕਲ ਰਹੇ। ਫਾਰਮ ਹਾਊਸ ਸਰਕਾਰ ਅੱਜ ਬਣ ਕੇ ਰਹਿ ਗਈ ਹੈ। 3-4 ਚੁਣੇ ਹੋਏ ਨੁਮਾਇੰਦਿਆਂ ਤੋਂ 3-4 ਅਫਸਰਾਂ ਤੋਂ ਇਲਾਵਾ ਉਹਨਾਂ ਦੇ ਉੱਥੇ ਕੋਈ ਜਾ ਨਹੀਂ ਸਕਦਾ। ਮੈਨੂੰ ਦੱਸ ਦੇਣ ਕਿੰਨੇ ਉਹ ਬਾਹਰ ਕਦੇ ਨਿਕਲੇ ਜਦੋਂ ਦੀ ਇਹ ਲੜਾਈ ਹੋਈ ਹੈ? ਕਿੰਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਉੱਥੇ ਮਿਲ ਕੇ ਉਹਨਾਂ ਨੇ ਰਣਨੀਤੀ ਤਿਆਰ ਕੀਤੀ ਹੈ? ਸੋ ਇਹ ਲੜਾਈ ਕਿਵੇਂ ਲੜਾਂਗੇ? ਕੇਵਲ ਸਿਆਸੀ ਆਪਦੇ ਵਿਰੋਧੀਆਂ ਦੇ ਖਿਲਾਫ ਦੂਸ਼ਣਬਾਜ਼ੀ ਕਰਕੇ ਜਾਂ ਕੇਂਦਰ ਦੇ ਨਾਲ ਕਸ਼ਮਕਸ਼ ਪਾ ਕੇ ਇਹ ਲੜਾਈ ਜਿੱਤੀ ਨਹੀਂ ਜਾਣੀ। ਰੋਮਾਣਾ ਸਾਹਿਬ, ਤੁਸੀਂ ਕਹਿ ਰਹੇ ਕਿ ਸਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ, ਕੁਝ ਆਫਿਸਰ ਤੇ ਛੱਡਿਆ ਗਿਆ ਹੈ, ਤਾਂ ਇੱਕ ਤੁਹਾਡੇ ਵੱਲੋਂ ਵੀ ਕਿਹਾ ਸੀਗਾ ਕਿ ਤੁਹਾਡੀ ਪਾਰਟੀ ਵੱਲੋਂ ਕਿਹਾ ਸੀਗਾ ਸਰਕਾਰ ਦਾ ਪੂਰੇ ਤਰੀਕੇ ਸਾਥ ਦਿੱਤਾ ਜਾਵੇਗਾ। ਤੁਸੀਂ ਉਹਨਾਂ ਨੂੰ ਰਾਏ ਕਿਉਂ ਦਿੱਤੀ? ਕੀ ਤੁਹਾਡੀ ਗੱਲ ਸੁਣੀ ਨਹੀਂ ਜਾਂ ਉਹਨਾਂ ਨੇ ਗੱਲ ਤੁਹਾਡੀ ਸੁਣੀ ਨਹੀਂ ਕਿ ਤੁਸੀਂ ਰਾਏ ਨਹੀਂ ਦਿੱਤੀ ਉਹਨਾਂ ਨੂੰ ਕਿਸ ਤਰੀਕੇ ਨਾਲ ਕੰਮ? ਦੇਖੋ, ਬੜੀ ਕਲੀਅਰਲੀ ਔਨ ਰਿਕਾਰਡ ਹੈ ਕਿ ਜਿਸ ਦਿਨ ਇੱਕੋ ਆਲ ਪਾਰਟੀ ਮੀਟਿੰਗ ਇਸ 1.5 ਮਹੀਨੇ 'ਚ, ਉਹ ਵੀ ਸਾਡੇ ਵਾਰੀ-ਵਾਰੀ ਕਹਿਣ ਤੋਂ ਬਾਅਦ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪੱਤਰ ਲਿਖਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਸੱਦੀ ਸੀ। ਪ੍ਰਾਈਮ ਮਿਨਿਸਟਰ ਸਾਹਿਬ ਆਲ ਪਾਰਟੀ ਮੀਟਿੰਗਾਂ ਕਰ ਰਹੇ ਹੈ। ਪ੍ਰਾਈਮ ਮਿਨਿਸਟਰ ਸਾਹਿਬ ਸਾਰੇ ਮੁਲਕ ਦੇ ਮੁੱਖ ਮੰਤਰੀਆਂ ਨਾਲ ਗੱਲ ਕਰ ਰਹੇ ਹੈ, ਚਾਹੇ ਉਹ ਵਿਰੋਧੀ ਪਾਰਟੀਆਂ ਦੇ, ਕਿਉਂਕਿ ਇਹ ਇਕੱਠੇ ਹੋ ਕੇ ਲੜਾਈ ਲੜੀ ਜਾਣੀ। ਸਾਡੇ ਵਾਰ-ਵਾਰ ਕਹਿਣ ਦੇ ਬਾਅਦ ਇੱਕ ਆਲ ਪਾਰਟੀ ਮੀਟਿੰਗ ਫਾਰਮੈਲਿਟੀ ਦੇ ਤੌਰ ਤੇ ਮੁੱਖ ਮੰਤਰੀ ਨੇ ਬੁਲਾਈ ਸੀ, ਜਿਹਦੇ 'ਚ ਬੜੀ ਕਲੀਅਰਲੀ ਔਨ ਰਿਕਾਰਡ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਰਾਏ ਉਹਨਾਂ ਨੂੰ ਬੜੀ ਕਲੀਅਰਲੀ ਦਿੱਤੀ ਸੀ ਕਿ ਇਸ ਲੜਾਈ ਦੇ ਵਿੱਚ ਜੇ ਫਤਿਹ ਹਾਸਲ ਕਰਨੀ ਹੈ ਤੇ ਅੱਗੇ ਹੋ ਕੇ ਲੜਾਈ ਲੜਨੀ ਪੈਣੀ ਹੈ, ਵੱਧ ਤੋਂ ਵੱਧ ਟੈਸਟ ਕਰਨੇ ਪੈਣੇ। ਇਹਦਾ ਲੜਾਈ ਲੜਨ ਦਾ ਤਰੀਕਾ ਹੀ ਇੱਕ ਹੈ
ਕਿਉਂਕਿ 80% ਜਿਹੜੇ ਕਰੋਨਾ ਪੋਜ਼ਿਟਿਵ ਕੇਸਿਸ ਹੈ ਉਹ ਅਸਿੰਪਟੋਮੈਟਿਕ ਹੈ, ਲੱਛਣ ਨਹੀਂ ਦਿਖਾਉਂਦੇ 100 ਚੋਂ 80। ਸੋ ਉਹਨਾਂ ਨੂੰ ਤੁਸੀਂ ਕਿਵੇਂ ਲੱਭੋਗੇ? ਉਹਨਾਂ ਨੂੰ ਤਾਂ ਹੀ ਲੱਭ ਸਕਦੇ ਆ ਜੇ ਵੱਧ ਤੋਂ ਵੱਧ ਟੈਸਟ ਹੋਣਗੇ। ਬਾਦਲ ਸਾਹਿਬ ਨੇ ਇਹ ਕਿਹਾ ਸੀ ਕਿ 117 ਆਪਣੇ ਅਸੈਂਬਲੀ ਹਲਕੇ ਹੈ, 100 ਹਜ਼ਾਰ ਬੰਦਾ ਹਰ ਅਸੈਂਬਲੀ ਹਲਕੇ 'ਚੋਂ ਆਪਾਂ ਟੈਸਟ ਕਰੀਏ, ਲੱਖ ਤੋਂ ਵੱਧ ਟੈਸਟ ਲਈਏ, ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗੂ ਕਿ ਇਹ ਬਿਮਾਰੀ ਕਿਸ ਹੱਦ ਤੱਕ ਫੈਲੀ ਹੈ, ਕਿੱਥੋਂ ਤੱਕ ਫੈਲੀ ਹੈ, ਫਿਰ ਲੜਾਈ ਲੜ ਸਕਾਂਗੇ। ਅੱਜ ਪੰਜਾਬ 'ਚ 1.5 ਮਹੀਨੇ 'ਚ ਇਹਨਾਂ ਨੇ, ਅਸੀਂ ਤਾਂ ਇਹਨਾਂ ਨੂੰ ਕਹਿ ਰਹੇ ਸੀ ਲੱਖ ਸਵਾ ਲੱਖ ਟੈਸਟ 4-5 ਦਿਨਾਂ 'ਚ ਆਪਾਂ ਇਕੱਠਾ ਕਰੀਏ। ਅੱਜ ਪੰਜਾਬ 'ਚ ਇਹਨਾਂ ਨੇ 1.5 ਮਹੀਨੇ 'ਚ, ਮੈਨੂੰ ਦੁੱਖ ਹੁੰਦਾ ਦੱਸਦਿਆਂ, ਕਿ 11-12 ਹਜ਼ਾਰ ਟੈਸਟ ਹੀ ਕੀਤੇ। ਸਾਰੇ ਸੂਬਿਆਂ ਨਾਲੋਂ, ਆਪਣੇ ਗੁਆਂਢੀ ਸੂਬਿਆਂ ਨਾਲੋਂ ਆਪਾਂ ਟੈਸਟਾਂ ਦੇ ਵਿੱਚ ਪਿੱਛੇ। ਲੜਾਈ ਕਿਵੇਂ ਲੜਾਂਗੇ? ਮੈਂ ਜਿਵੇਂ ਪਹਿਲਾਂ ਕਿਹਾ, ਕੇਵਲ ਆਪਦੇ ਵਿਰੋਧੀਆਂ ਦੇ ਉਲਟ ਸਿਆਸੀ ਦੂਸ਼ਣਬਾਜ਼ੀ। ਹੁਣ ਆ ਹਜ਼ੂਰ ਸਾਹਿਬ ਦੀ ਸੰਗਤਾਂ ਦੀ ਗੱਲ ਹੋ ਰਹੀ ਹੈ, ਉਸੇ ਤੇ ਗੱਲ ਕਰਦੇ ਆ ਵੀ ਜਿਸ ਤਰੀਕੇ ਨਾਲ ਪਹਿਲੇ ਉੱਥੋਂ ਸੰਗਤ ਆਈ ਹੈ, ਘਰੇ ਚਲੀ ਗਈ, ਉਸ ਬਾਰੇ ਇੱਕ ਗੱਲ ਚੱਲ ਰਹੀ ਹੈ ਕਿ ਬੀਬਾ ਜੀ ਵੱਲੋਂ ਕਿਹਾ ਗਿਆ ਕਿ ਸਹੀ ਫੈਸਲਾ ਨਹੀਂ ਸੀ ਉਹਨਾਂ ਨੂੰ ਲੈ ਕੇ ਆਉਣ ਦਾ। ਨਹੀਂ, ਬੀਬਾ ਜੀ ਨੇ ਇਹ ਨਹੀਂ ਕਿਹਾ ਉਹਨਾਂ ਨੂੰ ਸਹੀ ਫੈਸਲਾ ਨਹੀਂ ਲਿਆਉਣ ਦਾ। ਇਹ ਦੂਸ਼ਣਬਾਜ਼ੀ ਕਰ ਰਹੇ ਕਿ ਬੀਬਾ ਜੀ ਦੇ ਦਬਾਅ ਪਾਉਣ ਤੇ ਇਹ ਲਿਆਂਦੇ ਗਏ। ਮੈਨੂੰ ਇੱਕ ਗੱਲ ਦੱਸੋ, ਇਹ ਸਿੱਖ ਭੈਣ ਭਰਾ ਸਾਡੇ ਹੈ, ਸਾਡੇ ਪਰਿਵਾਰਾਂ 'ਚੋਂ ਹੈ, ਸਾਡੇ ਪੰਜਾਬ 'ਚੋਂ ਹੈ। ਕੀ ਆਪਣਾ ਲਹੂ ਇੰਨਾ ਪਾਣੀ ਹੋ ਗਿਆ ਕਿ ਆਪਾਂ ਆਪਣੇ ਭੈਣ ਭਰਾਵਾਂ ਨੂੰ ਉੱਥੇ ਛੱਡ ਦਿੰਦੇ ਬਿਨਾਂ ਇਲਾਜ ਤੋਂ? ਮੈਨੂੰ ਇੱਕ ਗੱਲ ਦੱਸੋ ਤੁਸੀਂ, ਅੱਜ ਅਮਰੀਕਾ ਤੇ ਇੰਗਲੈਂਡ ਸਭ ਤੋਂ ਵੱਧ ਜੇ ਕਰੋਨਾ ਵਾਇਰਸ ਦੇ ਕੇਸ ਜੇ ਦੁਨੀਆ 'ਚ ਆਏ ਹੈ ਤਾਂ ਅਮਰੀਕਾ 'ਚ ਆਏ ਹੈ, ਤੇ 25,000 ਤੋਂ ਵੱਧ ਬੰਦਾ ਇੰਗਲੈਂਡ 'ਚ ਵੀ ਮਰ ਚੁੱਕਿਆ, ਅਮਰੀਕਾ 'ਚ 60,000 ਤੋਂ ਵੱਧ ਮਰ ਚੁੱਕੇ। ਉਹ ਸਪੈਸ਼ਲ ਫਲਾਈਟਾਂ ਚਲਾ ਕੇ ਆਪਦੇ ਸਿਟੀਜ਼ਨਸ ਨੂੰ, ਆਪਦੇ ਨਾਗਰਿਕਾਂ ਨੂੰ ਅੱਜ ਹਿੰਦੁਸਤਾਨ 'ਚੋਂ ਤੇ ਬਾਕੀ ਦੁਨੀਆ ਦੇ ਮੁਲਕਾਂ 'ਚੋਂ ਆਪਦੇ ਕੋਲੇ ਲੈ ਕੇ ਜਾ ਰਹੇ ਆ ਕਿ ਅਸੀਂ ਉੱਥੇ ਜੇ ਲੋੜ ਪਈ ਇਹਨਾਂ ਦੀ ਇਲਾਜ ਕਰਾਂਗੇ, ਪਰ ਇਹਨਾਂ ਨੂੰ ਆਪਦੇ ਹਾਲ ਤੇ ਬਗਾਨੇ ਮੁਲਕਾਂ 'ਚ ਨਹੀਂ ਛੱਡਾਂਗੇ। ਉਹ ਸਾਡੇ ਭੈਣ ਭਰਾ ਉੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਗਏ ਸੀ। ਦਸਮ ਪਿਤਾ ਦੇ ਚਰਨ ਛੋਹ ਪ੍ਰਾਪਤ ਧਰਤੀ ਤੇ ਨਕਮਸਤਕ ਹੋ ਕੇ ਸਾਡੇ ਸਾਰਿਆਂ ਦੀ ਖੈਰ, ਸਾਡੇ ਪਰਿਵਾਰਾਂ ਦੀ ਖੈਰ ਮੰਗਣ ਵਾਸਤੇ ਗਏ ਸੀ, ਤੇ ਕੀ ਅਸੀਂ ਉਹਨਾਂ ਨੂੰ ਉੱਥੇ ਛੱਡ ਦਿੰਦੇ? ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਉਹਨਾਂ ਨੂੰ ਲਿਆਉਣਾ? ਬਿਲਕੁਲ ਬਣਦੀ ਸੀ। ਬੀਬਾ ਜੀ ਨੇ ਬਤੌਰ ਕੇਂਦਰੀ ਮੰਤਰੀ, ਜੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਨੂੰ ਪਰਮਿਸ਼ਨ ਦਵਾਈ ਗਵਰਨਮੈਂਟ ਆਫ ਇੰਡੀਆ ਤੋਂ, ਕਿਉਂਕਿ ਇੰਟਰਸਟੇਟ ਟਰੈਵਲ ਸੀ, ਪਰਮਿਸ਼ਨ ਦਵਾਈ। ਪਰਮਿਸ਼ਨ ਤੋਂ ਬਾਅਦ ਬਕਾਇਦਾ ਜਦੋਂ ਪੰਜਾਬ ਸਰਕਾਰ ਨੇ ਹਾਮੀ ਭਰੀ, ਆਪਦੀ ਲਿਖਤੀ ਮਹਾਰਾਸ਼ਟਰ ਸਰਕਾਰ ਨਾਲ ਚੀਫ ਸੈਕਟਰੀ ਟੂ ਚੀਫ ਸੈਕਟਰੀ ਗੱਲ ਹੋਈ, ਤਾਂ ਉੱਥੋਂ ਯਾਤਰੂ ਚੱਲੇ। ਤੇ ਇਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਸੀ? ਸਾਡੀ ਜ਼ਿੰਮੇਵਾਰੀ ਸੀ ਪਰਮਿਸ਼ਨ ਦਿਵਾਉਣਾ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉੱਥੋਂ ਜਦੋਂ ਸੰਗਤ ਆ ਰਹੀ ਹੈ, ਉਹਨਾਂ ਦੇ ਆਉਣ ਤੋਂ ਪਹਿਲਾਂ ਇੱਥੇ ਕੁਆਰੰਟੀਨ ਫੈਸਿਲਿਟੀਆਂ ਆਇਡੈਂਟੀਫਾਈਡ ਤੇ ਤਿਆਰ ਹੁੰਦੀਆਂ, ਡਾਕਟਰ ਤਿਆਰ ਹੁੰਦੇ। ਜਿਵੇਂ ਬੱਸ ਆਉਂਦੀ ਗਈ, ਬਿਲ ਫਰਜ਼ਾ ਜੇ ਫਰੀਦਕੋਟ ਦੇ ਯਾਤਰੂ ਆ ਗਏ ਤੇ ਸਿੱਧੇ ਕੁਆਰੰਟੀਨ ਫੈਸਿਲਿਟੀ 'ਚ ਬੱਸ ਜਾਂਦੀ, ਉੱਥੇ ਉਹਨਾਂ ਨੂੰ ਰੱਖਿਆ ਜਾਂਦਾ, ਉਹਨਾਂ ਦੇ ਟੈਸਟ ਕੀਤੇ ਜਾਂਦੇ, ਜਿਵੇਂ ਨੈਗੇਟਿਵ ਰਿਪੋਰਟਾਂ ਆਈ ਜਾਂਦੀਆਂ ਸਾਰਿਆਂ ਨੂੰ ਤੋਰੀ ਜਾਂਦੇ, ਜੇ ਕਿਸੇ ਦਾ ਪੋਜ਼ਿਟਿਵ ਆਉਂਦਾ ਉਹਦਾ ਇਲਾਜ ਕਰਦੇ। ਤੇ ਇਹਨਾਂ ਨੇ ਕੀ ਕੀਤਾ? ਬੱਸਾਂ ਆਈਆਂ ਪਹਿਲੇ ਦਿਨ ਬਠਿੰਡੇ, ਮੈਨੂੰ ਯਾਦ ਹੈ ਇੱਕ SDM ਤੇ ਤਹਿਸੀਲਦਾਰ ਨੇ ਉੱਥੇ ਚਾਹ ਪਿਆ ਕੇ ਤੇ ਇਹਨਾਂ ਨੂੰ ਗਾਂਹ ਤੋਰਤਾ, ਕੋਈ ਡਾਕਟਰ ਉੱਥੇ ਮੌਜੂਦ ਨਹੀਂ ਸੀ। ਤੇ ਬੱਸਾਂ ਚਲੀਆਂ ਗਈਆਂ। ਆ ਤੁਸੀਂ ਦੇਖੋ ਇਹਨਾਂ ਦਾ ਹਾਲਾਤ ਕੀ ਹੈ। ਇੱਕ ਪੰਜਾਬੀ ਦਾ ਅਖਾਣ ਬਣਿਆ ਕਿ ਜਦੋਂ ਕੋਈ ਸਮੇਂ ਸਿਰ ਆਪਾਂ ਵੇਲੇ ਸਿਰ ਕੰਮ ਨਾ ਕਰੀਏ, ਤੇ ਇੱਕ ਪੰਜਾਬੀ ਦਾ ਅਖਾਣ ਹੈ ਕਿ ਬੂਹੇ 'ਚ ਆਈ ਜਨ ਤੇ ਬਿੰਨੋ ਕੁੜੀ ਦੇ ਕੰਨ। ਜਦੋਂ ਕੋਈ ਵੇਲੇ ਸਿਰ ਕੰਮ ਨਾ ਕੀਤਾ ਹੋਵੇ, ਇਹ ਉਦੋਂ ਵੀ ਇੱਕ ਕਦਮ ਗਾਂਹ ਚੱਲ ਗਏ ਕਿ ਮੈਨੂੰ ਲੱਗਦਾ ਜਿਵੇਂ ਕੁੜੀ ਨੂੰ ਲੈ ਗਈ ਜਨ ਤੇ ਇਹਨਾਂ ਨੇ ਬੰਨੇ ਨਹੀਂ ਕਿਸੇ ਦੇ ਕੰਨ। ਆਹ ਕੈਪਟਨ ਸਾਹਿਬ ਦੀ ਤੁਸੀਂ ਵੇਖੋ ਟਵੀਟ ਹੈ 26 ਅਪ੍ਰੈਲ 7:40 ਦੀ ਕਿ 219 ਪਿਲਗ੍ਰਿਮਸ ਹੈਵ ਆਲਰੇਡੀ ਰੀਚਡ देयर ਹੋਮ ਇਨ ਅੰਮ੍ਰਿਤਸਰ, ਵੀ ਅਸੀਂ ਉਹਨਾਂ ਨੂੰ ਸੇਫਲੀ ਉਹਨਾਂ ਦੇ ਘਰਾਂ 'ਚ ਪਹੁੰਚਾਤਾ ਬਿਨਾਂ ਟੈਸਟਿੰਗ ਤੋਂ। ਤੇ ਜਦੋਂ 27 ਨੂੰ ਕੁਝ ਬੰਦੇ ਪੋਜ਼ਿਟਿਵ ਆਏ ਤੇ 27 ਨੂੰ ਆ ਚਿੱਠੀ ਕੱਢਦੇ। ਫਿਰ ਇਹ ਚਿੱਠੀ ਮੇਰੀ ਨਹੀਂ ਹੈ, ਗਵਰਨਮੈਂਟ ਆਫ ਪੰਜਾਬ, ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ, 27/4/2020। ਇਹ ਸਾਰਿਆਂ ਨੂੰ ਲਿਖਦੇ ਆ, ਸਾਰੇ DCs ਤੇ ਸਿਵਲ ਸਰਜਨਸ ਨੂੰ, ਰਿਗਾਰਡਿੰਗ ਪਰਸਨਸ ਰਿਟਰਨਿੰਗ ਫਰੋਮ ਹਜ਼ੂਰ ਸਾਹਿਬ, ਨੰਦੇੜ, ਮਹਾਰਾਸ਼ਟਰ, as asymptomatic persons returning from Hajur Sahib have tested positive for COVID-19 in district Taran. It has been decided that all returnees coming from Hajur Sahib are to be put in quarantine facilities identified by district administration. Samples of these persons will be collected by teams of health department at quarantine facility and tested for COVID-19. 26 ਨੂੰ ਬੰਦੇ ਆ ਗਏ, ਉਹ ਆਪਦੇ ਪਰਿਵਾਰਾਂ 'ਚ ਚਲੇ ਗਏ, ਆਪਦੇ ਰਿਸ਼ਤੇਦਾਰਾਂ ਨੂੰ ਮਿਲ ਲਏ, ਤੇ ਤੁਸੀਂ 27 ਨੂੰ ਕਹਿੰਦੇ ਆ ਕਿ ਇਹਨਾਂ ਦੇ ਟੈਸਟ ਹੋ ਜਾਣ। ਤਿਆਰੀ ਕਿਉਂ ਨਹੀਂ ਸੀ? ਤਿਆਰੀ ਇਸ ਕਰਕੇ ਨਹੀਂ ਸੀ ਕਿ ਸਰਕਾਰ ਸਿਰਫ ਪ੍ਰੋਪੇਗੈਂਡੇ 'ਚ ਲੱਗੀ ਸੀ, ਕ੍ਰੈਡਿਟ ਵਾਰ 'ਚ ਲੱਗੀ ਸੀ। ਤੇ ਮੈਂ ਤਾਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਤਾਂ ਬੀਬਾ ਜੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਮੰਦੀ ਸ਼ਬਦਾਵਲੀ ਵਰਤਨ 'ਚ ਲੱਗੇ ਸੀ,
ਧਿਆਨ ਇਸ ਪਾਸੇ ਉਹਨਾਂ ਦਾ ਸੀ ਨਹੀਂ। ਸਰ ਆਖਰੀ ਸਵਾਲ ਹੈ ਮੇਰਾ, ਜਿਸ ਤਰੀਕੇ ਨਾਲ ਤਿਆਰੀਆਂ ਦੀ ਗੱਲ ਆਪਾਂ ਕਰਦੇ ਹਾਂ, ਹੁਣ ਕੱਲ੍ਹ ਵੀ ਅਸੀਂ ਖਬਰ ਦਿਖਾਈ ਹੈ ਕਿ ਜੋ ਪੀਆਰਟੀਸੀ ਦੀ ਬੱਸਾਂ ਨੇ, ਜੋ ਡਰਾਈਵਰ ਲੈ ਕੇ ਗਏ ਸੀਗੇ, ਉਹਨਾਂ ਨੂੰ ਮਾਸਕ ਤੇ ਕੋਈ ਸੈਨੀਟਾਈਜ਼ਰ ਵਗੈਰਾ ਇਹ ਚੀਜ਼ਾਂ ਹੀ ਮੁਹੱਈਆ ਨਹੀਂ ਕਰਾਈ ਗਈਆਂ ਤਾਂ ਕਿ ਉਹ ਆਪਦੀ ਸੇਫਟੀ ਕਰ ਸਕਣ। ਹਾਲਾਂਕਿ ਜੋ ਜਿਹੜੇ ਇਲਾਕੇ 'ਚੋਂ ਲੈ ਕੇ ਆਏ ਆ ਉਹ ਏਰੀਆ ਜੋ ਹੌਟਸਪੌਟ ਐਲਾਨਾ ਹੋਇਆ। ਦੇਖੋ ਇੱਕ ਬੜੀ ਕਲੀਅਰ ਗੱਲ ਹੈ, ਤਿਆਰੀ ਇਹਨਾਂ ਦੀ ਜਿਹੜੀ ਫੇਲੀਅਰ ਆਫ ਤਿਆਰੀ ਹੈ ਉਹਦੇ ਤਾਂ ਜਿੰਨੇ ਮਰਜ਼ੀ ਕਿੱਸੇ ਤੁਸੀਂ ਕੱਢ ਲਓ। ਅੱਜ ਬੜੀ ਕਲੀਅਰ ਹੈ ਜੋ ਕੇਂਦਰ ਸਰਕਾਰ ਵੱਲੋਂ ਇਹਨਾਂ ਨੂੰ ਮਦਦ ਆਈ ਹੈ, GST, ਰੈਵਨਿਊ ਡੈਫੀਸਿਟ ਗ੍ਰਾਂਟ, ਕੇਂਦਰ ਨੇ ਖਾਣਾ ਭੇਜਿਆ ਗਰੀਬਾਂ ਵਾਸਤੇ, ਉਹ ਨਹੀਂ ਜਾ ਰਿਹਾ। ਪਰ ਜਿਹੜੀ ਸਪੈਸੀਫਿਕ ਸਟੇਟ ਡਿਜ਼ਾਸਟਰ ਰਿਲੀਫ ਫੰਡ ਤੇ 112 ਕਰੋੜ ਜਿਹੜਾ ਰੁਪਈਆ ਆਇਆ ਕੋਵਿਡ ਵਾਸਤੇ ਤੇ 247 ਕਰੋੜ ਰੁਪਈਆ ਸਟੇਟ ਡਿਜ਼ਾਸਟਰ ਰਿਲੀਫ ਫੰਡ 'ਚ ਆਇਆ, 400 ਕਰੋੜ ਬਣਦਾ। ਉਹਦੇ 'ਚੋਂ ਕੇਵਲ 40 ਕਰੋੜ ਰੁਪਈਆ ਇਹਨਾਂ ਨੇ 16% ਜਾਰੀ ਕੀਤਾ, 84% ਆਪਦੇ ਕੋਲੇ ਰੱਖੀ ਬੈਠੇ। ਕੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹਨਾਂ ਪੈਸਿਆਂ ਨਾਲ ਨਵੀਆਂ ਐਂਬੂਲੈਂਸਾਂ ਵੈਂਟੀਲੇਟਰ ਵਾਲੀਆਂ ਲਿੱਤੀਆਂ ਜਾਣ, ਹਸਪੀਟਲਸ ਨੂੰ ਅਪਗ੍ਰੇਡ ਕੀਤਾ ਜਾਵੇ, ਹਸਪਤਾਲਾਂ ਦੀਆਂ ਫੈਸਿਲਿਟੀਆਂ ਵਧਾਈ ਜਾਣ, ਹਸਪਤਾਲਾਂ 'ਚ ਮਾਸਕ PPE ਕਿਟਸ ਪ੍ਰੋਵਾਈਡ ਕੀਤੀਆਂ ਜਾਣ। ਅੱਜ ਸਾਡੇ ਡਾਕਟਰ ਬਿਨਾਂ PPE ਕਿਟਸ ਤੋਂ ਲੜ ਰਹੇ ਹੈ। ਅੱਜ ਸਾਡੇ ਜਿਹੜੇ ਫਰੰਟ ਲਾਈਨ ਵਰਕਰਸ ਹੈ, ਚਾਹੇ ਉਹ ਪੁਲਿਸ ਵਾਲੇ ਹੈ, ਚਾਹੇ ਡਾਕਟਰ ਹੈ, ਚਾਹੇ ਨਰਸਾਂ, ਉਹਨਾਂ ਕੋਲੇ ਮਾਸਕ ਤੇ PPE ਕਿਟਸ ਹੈ ਨਹੀਂ। ਤੁਸੀਂ ਮੈਨੂੰ ਦੱਸੋ, ਮੈਂ ਇੱਕ ਉਦਾਹਰਨ ਦਿੰਦਾ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਬਤੌਰ, ਉਹ ਇੱਕ MP ਨੇ, ਉਹਨਾਂ ਨੇ 2 ਵੈਂਟੀਲੇਟਰ, ਇੱਕ ਵੈਂਟੀਲੇਟਰ ਵਾਲੀ ਐਂਬੂਲੈਂਸ, ਇੱਕ ਟੈਸਟਿੰਗ ਮਸ਼ੀਨ ਜਿਹੜੀ ਸਾਡੇ ਸਾਰੇ ਇਸ ਮਾਲਵੇ ਦੀ ਬੈਲਟ 'ਚ ਨਹੀਂ ਸੀ, ਲਿਆ ਕੇ ਇੱਥੇ ਬਾਬਾ ਫਰੀਦ ਯੂਨੀਵਰਸਿਟੀ ਦੇਤੀ। ਜੇ ਇੱਕ MP ਇੰਨਾ ਕਰ ਸਕਦਾ ਹੈ ਤੇ ਸਰਕਾਰ ਕੋਲੇ ਸਾਧਨਾਂ ਦੀ ਕੋਈ ਕਮੀ ਹੁੰਦੀ ਹੈ? ਮੈਂ ਸਰਕਾਰ ਦੀ ਲੜਾਈ ਲੜਨ ਦੀ ਤੁਹਾਨੂੰ ਜਿਹੜਾ ਫੋਕਸ ਹੈ ਨਾ ਜੀ, ਮੈਂ ਵਾਰੀ-ਵਾਰੀ ਉਸ ਗੱਲ ਤੇ ਆਉਣਾ, ਜਿੰਨਾ ਚਿਰ ਪੋਲੀਟੀਕਲ ਲੀਡਰਸ਼ਿਪ ਸਟੇਟ ਦੀ ਵਿਲ ਨਾਟ ਲੀਡ ਫਰਮ ਦ ਫਰੰਟ, ਇੱਕ ਜਰਨੈਲ ਜੇ ਅੱਗੇ ਹੋ ਕੇ ਨਹੀਂ ਲੜੂਗਾ, ਇਹ ਘੁਰਨਿਆਂ 'ਚ ਵੜ ਕੇ ਲੜਾਈਆਂ ਨਹੀਂ ਲੜੀਆਂ ਜਾਂਦੀਆਂ। ਉਹ ਲੜਾਈ ਕਿਵੇਂ ਲੜੀ ਜਾਊਗੀ? ਆ ਤੁਹਾਡੇ ਸਾਹਮਣੇ ਅੱਜ ਦੀ ਤਾਜ਼ਾ ਉਦਾਹਰਨ HT ਦੀ ਖਬਰ ਹੈ, ਤਰਨਤਾਰਨ ਦੇ ਵਿੱਚ ਇੱਕ ਚੀਚਰੀਵਾਲ ਪਿੰਡ ਦਾ 27 ਸਾਲ ਦਾ ਮੁੰਡਾ, ਉਹਦੇ ਇੱਕ ਹੋਰ ਬੰਦਾ ਉਸ ਪਿੰਡ ਦਾ ਉਸ ਨਾਂ ਦਾ ਪੋਜ਼ਿਟਿਵ ਸੀ ਤੇ ਇਹਨੂੰ ਚੱਕ ਕੇ ਲੈ ਗਏ। ਕਹਿੰਦਾ ਮੈਨੂੰ ਧੱਕੇ ਨਾਲ ਪੁਲਿਸ ਨੇ ਤੇ ਹੈਲਥ ਡਿਪਾਰਟਮੈਂਟ ਨੇ ਇੱਕ ਐਂਬੂਲੈਂਸ 'ਚ ਸਿੱਟ ਲਿਆ ਜਿਹਦੇ 'ਚ ਆਲਰੇਡੀ ਇੱਕ ਕੋਵਿਡ ਪੋਜ਼ਿਟਿਵ ਮਰੀਜ਼ ਸੀਗਾ। At around 9 AM, the officials came to my house to take me to hospital. I told them that I am not the person they were looking for, but they forcibly threw me in the ambulance in which a positive patient was already present. The same ambulance dropped me at my house when I was discharged from the hospital, and I am afraid that I have got infection. ਜਿਹੜਾ ਤਾਂ ਪੋਜ਼ਿਟਿਵ ਸੀ ਉਹਨੂੰ ਤਾਂ ਪਿੰਡ 'ਚ ਛੱਡ ਗਏ ਕਿ ਹੋਰਾਂ ਕੋਲੇ ਫਲਾ, ਜਿਹੜਾ ਨੈਗੇਟਿਵ ਸੀ ਉਹਨੂੰ ਪੋਜ਼ਿਟਿਵ ਬੰਦੇ ਨਾਲ ਐਂਬੂਲੈਂਸ 'ਚ ਪਾ ਕੇ ਲੈ ਗਏ ਤੇ ਉਹਨੂੰ ਇਨਫੈਕਸ਼ਨ ਕਰਕੇ ਤੇ ਉਹਨੂੰ ਫੇਰ ਪਿੰਡ 'ਚ ਛੱਡ ਗਏ। ਇਹ ਤਾਂ ਸਰਕਾਰ ਦੇ ਹਾਲਾਤ ਹੈ। ਕੀ ਤੁਸੀਂ ਇਸ ਸਰਕਾਰ ਤੋਂ, ਅਸੀਂ ਅੱਜ ਵੀ ਇਸ ਲੜਾਈ ਦੇ ਵਿੱਚ, ਕਿਉਂਕਿ ਇਹ ਮਾਨਵਤਾ ਦੀ ਲੜਾਈ ਹੈ, ਇਹ ਲੜਾਈ ਦੇ ਵਿੱਚ ਕੋਈ ਜਾਤ ਪਾਤ ਨਹੀਂ, ਕੋਈ ਅਮੀਰ ਗਰੀਬ ਨਹੀਂ, ਕੋਈ ਮੁਲਕ ਨਹੀਂ ਵੇਖਦੀ। ਅਸੀਂ ਸਰਕਾਰ ਦਾ ਸਾਥ ਦੇਣਾ ਚਾਹੁੰਦੇ ਹਾਂ, ਪਰ ਸਰਕਾਰ ਲੜਾਈ ਲੜਨ ਦੀ ਮਨਸ਼ਾ ਠੀਕ ਕਰੇ। ਤੇ ਮੈਂ ਇਹ ਕਹਿੰਦਾ ਕਿ ਹੈਲਥ ਮਿਨਿਸਟਰ ਇਹ ਸਾਰੇ ਕਾਰੇ ਦਾ ਜ਼ਿੰਮੇਵਾਰ ਹੈ। ਜਿਹੜੀ ਕੁਆਰੰਟੀਨ ਫੈਸਿਲਿਟੀਜ਼ ਨਹੀਂ ਤਿਆਰ ਕੀਤੀਆਂ ਗਈਆਂ ਯਾਤਰੂਆਂ ਵਾਸਤੇ, ਉਹਦਾ ਜ਼ਿੰਮੇਵਾਰ ਹੈ। ਜਿਹੜੀਆਂ ਫੈਸਿਲਿਟੀਜ਼ ਨਹੀਂ ਆਈਆਂ, ਉਹਦਾ ਜ਼ਿੰਮੇਵਾਰ ਹੈ। ਅਸਤੀਫਾ ਦੇਵੇ ਜਾਂ ਉਹਨੂੰ ਕੈਪਟਨ ਅਮਰਿੰਦਰ ਸਿੰਘ ਡਿਸਮਿਸ ਕਰਨ। ਤਾਂ ਬੰਟੀ ਰਵਾਣਾ ਸਾਹਿਬ ਸਾਡੇ ਨਾਲ ਮੌਜੂਦ ਸੀਗੇ। ਇਹ ਗੱਲ ਕਹੀ ਇਹਨਾਂ ਨੇ ਕਿ ਕਿਸ ਤਰੀਕੇ ਨਾਲ ਜੋ ਹੈ ਅਕਾਲੀ ਦਲ ਵੱਲੋਂ ਇੱਕ ਸਲਾਹ ਦਿੱਤੀ ਗਈ ਸੀ ਕਿ ਕਿਸ ਤਰੀਕੇ ਨਾਲ ਇਸ ਲੜਾਈ ਨੂੰ ਲੜਿਆ ਜਾਵੇ। ਦੂਜੀ ਗੱਲ ਕਿ ਜੋ ਤੱਕ ਖੁਦ ਸਿਆਸੀ ਲੀਡਰ ਜੋ ਨੇ ਉਹ ਅੱਗੇ ਆ ਕੇ ਇਸ ਦੀ ਅਗਵਾਈ ਨਹੀਂ ਕਰਦੇ ਇਸ ਲੜਾਈ ਦੀ, ਉਹ ਤੱਕ ਕਰੋਨਾ ਤੇ ਜੰਗ ਜਿੱਤਣੀ ਜੋ ਹੈ ਨਾਮੁਮਕਿਨ ਹੈ। ਕਿਉਂਕਿ ਕਿਹਾ ਜਾ ਰਿਹਾ ਕਿ ਜਦੋਂ ਤੱਕ ਵੀ ਖੁਦ ਅੱਗੇ ਆ ਕੇ ਲੜਾਈ ਲੜੀ ਜਾਵੇਗੀ, ਖੁਦ ਲੀਡਰਸ਼ਿਪ ਸੰਭਾਲੀ ਜਾਵੇਗੀ, ਉਦੋਂ ਹੀ ਜੋ ਹੈ ਪੂਰਨ ਤਰੀਕੇ ਨਾਲ ਇਸ ਚੀਜ਼ ਹਰ ਇੱਕ ਚੀਜ਼ ਨੂੰ ਲਾਗੂ ਕੀਤਾ ਜਾ ਸਕਦਾ। ਫਿਲਹਾਲ ਵੇਖਦੇ ਹਾਂ ਕਿ ਕਰੋਨਾ ਦੀ ਜੋ ਮਹਾਮਾਰੀ ਚੱਲ ਰਹੀ ਹੈ, ਕਿਉਂਕਿ ਲਗਾਤਾਰ ਜੋ ਸ਼ਰਧਾਲੂ ਆ ਰਹੇ ਨੇ ਉਹਨਾਂ ਕਰਕੇ ਜੋ ਹੈ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਹ ਚੇਨ ਜੋ ਹੈ ਕਦੋਂ ਕੁ ਜਾ ਕੇ ਟੁੱਟੇਗੀ ਤੇ ਲੋਕ ਜੋ ਇੱਕ ਰਾਹਤ ਦੀ ਸਾਹ ਜੋ ਹੈ ਉਹ ਮਹਿਸੂਸ ਕਰਨਗੇ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ TV।